ਅਕਸਰ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਿੱਖੀ ਦੇ ਵਿੱਚ ਚਮਤਕਾਰ ਨਹੀਂ ਹੁੰਦੇ, ਕਰਾਮਾਤਾਂ ਕਰਨ ਵਾਲੇ ਸਾਧੂ ਸੰਤ ਨਹੀਂ ਹੁੰਦੇ ਅਤੇ ਸਿੱਖੀ ਦੇ ਵਿੱਚ ਕਰਾਮਾਤਾਂ ਦਿਖਾਉਣੀਆਂ ਗਲਤ ਹਨ। ਇਹ ਗੱਲਾਂ ਤਾਂ ਸਹੀ ਹਨ, ਪਰ ਚਮਤਕਾਰ, ਕਰਾਮਾਤਾਂ ਅਤੇ ਸਮੇਂ ਦੀ ਲੋੜ ਨੂੰ ਪੂਰਾ ਕਰਦੀ ਕਿਰਪਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਮੰਨਿਆ ਕਿ ਅੱਜ ਕੱਲ੍ਹ ਹਰ ਕੋਈ ਆਪਣੇ ਨਾਮ ਦੇ ਅੱਗੇ ਸੰਤ ਜਾਂ ਫਿਰ ਬਾਬਾ ਲਗਾ ਕੇ ਬੈਠਾ ਹੈ, ਪਰ ਹਰ ਕੋਈ ਗਲਤ ਨਹੀਂ ਹੁੰਦਾ। ਆਪਾਂ ਹੀ ਲੋਕ ਹਾਂ ਜੋ ਇਹਨਾਂ ਦੇ ਨਾਮਾਂ ਦੇ ਅੱਗੇ ਬਾਬਾ ਜਾਂ ਸੰਤ ਲਗਾਉਂਦੇ ਹਾਂ, ਪਰ ਅਕਸਰ ਆਪਾਂ ਨਾਮ ਦੇ ਵਿੱਚ ਭਿੱਜੀ ਰੂਹਾਂ ਨੂੰ ਸਮਝਣ ਦੇ ਵਿੱਚ ਗਲਤੀ ਕਰ ਬੈਠਦੇ ਹਾਂ। ਇਹ ਘਟਨਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਸ਼ਹਿਰ ਮੁਕੇਰੀਆਂ ਦੀ, ਜੋ ਕਿ ਜਲੰਧਰ ਪਠਾਨਕੋਟ ਰੋਡ ਦੇ ਉੱਤੇ ਮੌਜੂਦ ਹੈ। ਸ਼ਹਿਰ ਦੇ ਬਾਹਰ ਇਲਾਕੇ ਦੇ ਵਿੱਚ ਇੱਕ ਸਾਧੂ ਮਹਾਤਮਾ ਦਾ ਡੇਰਾ ਸੀ। ਹੁਣ ਡੇਰਾ ਸ਼ਬਦ ਸੁਣ ਕੇ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਜਾਗ ਉੱਠਦੀ ਹੈ, ਪਰ ਡੇਰਾ ਸ਼ਬਦ ਪਹਿਲੇ ਸਮਿਆਂ ਦੇ ਵਿੱਚ ਇੱਕ ਰਾਹਤ ਅਤੇ ਮਦਦ ਦਾ ਪ੍ਰਤੀਕ ਹੁੰਦਾ ਸੀ, ਜੋ ਕਿ ਹੁਣ ਦੇ ਸਮੇਂ ਦੇ ਵਿੱਚ ਪਖੰਡ ਦਾ ਰੂਪ ਲੈ ਚੁੱਕਿਆ ਹੈ। ਪੁਰਾਣੇ ਸਮੇਂ ਦੇ ਵਿੱਚ ਇੱਕ ਸਾਧੂ ਸੰਤ ਦਾ ਡੇਰਾ ਰਾਹਗੀਰ ਜ਼ਰੂਰਤਮੰਦ ਦੇ ਲਈ ਲੰਗਰ ਅਤੇ ਰਹਿਣ ਦਾ ਅੱਡਾ ਹੁੰਦਾ ਸੀ, ਜਿੱਥੇ ਬਿਨਾਂ ਕਿਸੇ ਪੈਸਿਆਂ ਦੇ ਰਾਹਗੀਰ ਜਾਂ ਜ਼ਰੂਰਤਮੰਦ ਰਾਤ ਦਾ ਸਮਾਂ ਕੱਟਣ ਦੇ ਨਾਲ ਪਰਮਾਤਮਾ ਦੀ ਬੰਦਗੀ ਵੀ ਕਰ ਲੈਂਦਾ ਸੀ ਅਤੇ ਉਸ ਨੂੰ ਹੀ ਡੇਰਾ ਆਖਿਆ ਜਾਂਦਾ ਸੀ। ਸੋ ਇਸੇ ਤਰ੍ਹਾਂ ਮੁਕੇਰੀਆਂ ਦੇ ਬਾਹਰ ਇਲਾਕੇ ਦੇ ਵਿੱਚ ਉਹਨਾਂ ਮਹਾਤਮਾ ਦਾ ਡੇਰਾ ਸੀ। ਅਸਲ ਦੇ ਵਿੱਚ ਉਸ ਮਹਾਤਮਾ ਦੀ ਇੰਨੀ ਪ੍ਰਸਿੱਧੀ ਨਹੀਂ ਸੀ। ਉਹ ਇਸ ਕਰਕੇ ਕਿਉਂਕਿ ਉਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਆਪਣਾ ਜ਼ਿਆਦਾਤਰ ਸਮਾਂ ਲਗਾਉਂਦੇ ਸੀ ਤੇ ਆਪਣਾ ਨਹੀਂ ਸਗੋਂ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰਦੇ ਸੀ। ਇਸ ਕਰਕੇ ਨਜ਼ਦੀਕ ਦੇ ਹੀ ਬਹੁਤੇ ਲੋਕਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਸੀ। ਦੱਸਿਆ ਜਾਂਦਾ ਹੈ ਕਿ ਬੋਹੜ ਦੇ ਇੱਕ ਵੱਡੇ ਦਰਖਤ ਦੇ ਕੋਲ ਹੀ ਉਹਨਾਂ ਨੇ ਆਪਣੀ ਕੁਟੀਆ ਬਣਾਈ ਹੋਈ ਸੀ। ਕੁਟੀਆ ਇਸ ਹਿਸਾਬ ਦੇ ਨਾਲ ਬਣਾਈ ਗਈ ਸੀ ਕਿ ਉੱਥੇ ਕੁਝ ਬੰਦਿਆਂ ਦੇ ਰੁਕਣ ਅਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਹੋ ਸਕੇ, ਅਤੇ ਕੁਟੀਆ ਦੇ ਆਲੇ ਦੁਆਲੇ ਵਾੜ ਕਰਕੇ ਇੱਕ ਵੱਡਾ ਵਿਹੜਾ ਵੀ ਬਣਾਇਆ ਗਿਆ ਸੀ। ਆਪ ਮਹਾਤਮਾ ਹਰ ਸਮੇਂ ਬੋਹੜ ਦੇ ਹੇਠਾਂ ਤਪ ਕਰਦੇ ਸੀ। ਇਹ ਡੇਰਾ ਲਗਭਗ 12 ਸਾਲਾਂ ਤੋਂ ਉੱਥੇ ਹੀ ਸੀ ਅਤੇ ਉਸੇ ਬੋਹੜ ਦੇ ਥੱਲੇ ਮਹਾਤਮਾ 12 ਸਾਲਾਂ ਤੋਂ ਤਪ ਕਰਦੇ ਆ ਰਹੇ ਸੀ। ਦੱਸਿਆ ਜਾਂਦਾ ਹੈ ਕਿ ਇੱਕ ਵਾਰ ਨਿਹੰਗ ਸਿੰਘਾਂ ਦਾ ਜਥਾ ਰਸਤੇ ਦੇ ਵਿੱਚ ਜਾ ਰਿਹਾ ਸੀ ਕਿ ਇਸੇ ਇਲਾਕੇ ਦੇ ਕੋਲ ਉਹਨਾਂ ਨੂੰ ਹਨੇਰਾ ਹੋਣ ਲੱਗਿਆ। ਲੋਕਾਂ ਕੋਲੋਂ ਪੁੱਛਿਆ ਗਿਆ ਕਿ ਇੱਥੇ ਕੋਈ ਰਹਿਣ ਵਾਸਤੇ ਜਗ੍ਹਾ ਹੈ, ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਕਸਬੇ ਦੇ ਬਾਹਰ ਇੱਕ ਮਹਾਤਮਾ ਦਾ ਡੇਰਾ ਹੈ। ਤੁਸੀਂ ਉੱਥੇ ਸਮਾਂ ਬਿਤਾ ਸਕਦੇ ਹੋ ਅਤੇ ਤੁਹਾਡੇ ਲੰਗਰ ਪਾਣੀ ਦਾ ਵੀ ਪ੍ਰਬੰਧ ਹੋ ਸਕਦਾ ਹੈ। ਨਿਹੰਗ ਸਿੰਘਾਂ ਦਾ ਜਥਾ ਉਸ ਡੇਰੇ ਕੋਲ ਗਿਆ ਤਾਂ ਉਸ ਮਹਾਤਮਾ ਨੇ ਉਹਨਾਂ ਦੀ ਚੰਗੀ ਆਓ ਭਗਤ ਕੀਤੀ। ਜੋ ਵੀ ਲੰਗਰ ਪਾਣੀ ਨਿਹੰਗ ਸਿੰਘਾਂ ਵੱਲੋਂ ਤਿਆਰ ਕੀਤਾ ਗਿਆ, ਮਹਾਤਮਾ ਨੇ ਹਰ ਸੰਭਵ ਮਦਦ ਉਹਨਾਂ ਦੀ ਉਸ ਲੰਗਰ ਬਣਾਉਣ ਦੇ ਵਿੱਚ ਕੀਤੀ। ਨਿਹੰਗਾ ਸਿੰਘਾਂ ਦਾ ਜਥਾ ਵੱਡਾ ਹੋਣ ਕਰਕੇ ਮਹਾਤਮਾ ਨੇ ਉਹਨਾਂ ਦੇ ਆਸਣ ਬਾਹਰ ਵਿਹੜੇ ਦੇ ਵਿੱਚ ਹੀ ਲਗਾ ਦਿੱਤੇ ਅਤੇ ਮਹਾਤਮਾ ਨੇ ਨਿਹੰਗ ਸਿੰਘਾਂ ਨੂੰ ਆਰਾਮ ਕਰਨ ਵਾਸਤੇ ਕਿਹਾ। ਕੁਝ ਸਮੇਂ ਬਾਅਦ ਮਹਾਤਮਾ ਆਪ ਬੋਹੜ ਦੇ ਹੇਠਾਂ ਤਪ ਕਰਨ ਲੱਗੇ ਕਿ ਇੰਨੇ ਨੂੰ ਇੱਕ ਨਿਹੰਗ ਸਿੰਘ ਉਹਨਾਂ ਮਹਾਤਮਾ ਦੇ ਕੋਲ ਆਇਆ ਤੇ ਪੁੱਛਣ ਲੱਗਿਆ ਕਿ ਆਪਾਂ ਇੱਥੇ ਸ਼ਰਧਾਈ ਬਣਾ ਸਕਦੇ ਹਾਂ। ਮਹਾਤਮਾ ਨੇ ਕਿਹਾ ਕਿ ਜੋ ਤੁਹਾਡੀ ਮੌਜ। ਉਸ ਤੋਂ ਬਾਅਦ ਸ਼ਰਧਾਈ ਤਾਂ ਤਿਆਰ ਹੋਈ, ਪਰ ਉਸ ਦੇ ਵਿੱਚ ਪਾਉਣ ਵਾਸਤੇ ਮਿੱਠਾ ਘਟ ਗਿਆ। ਨਿਹੰਗ ਸਿੰਘ ਨੇ ਫਿਰ ਮਹਾਤਮਾ ਦੇ ਕੋਲੋਂ ਗੁੜ, ਸ਼ੱਕਰ ਜਾਂ ਫਿਰ ਖੰਡ ਦੀ ਮੰਗ ਕੀਤੀ। ਮਹਾਤਮਾ ਨੇ ਕਿਹਾ ਕਿ ਇਸ ਸਮੇਂ ਕੁਟੀਆ ਦੇ ਵਿੱਚ ਤਾਂ ਖੰਡ ਨਹੀਂ ਹੈ, ਤੁਸੀਂ ਕੁਝ ਸਮਾਂ ਇੰਤਜ਼ਾਰ ਕਰੋ, ਮੈਂ ਪ੍ਰਬੰਧ ਕਰ ਦਿੰਦਾ ਹਾਂ। ਮਹਾਤਮਾ ਦੇ ਮਨ ਦੇ ਅੰਦਰ ਸੀ ਕਿ ਕੋਈ ਨਾ ਕੋਈ ਪਿੰਡ ਵਾਲਾ ਇੱਥੋਂ ਗੁਜ਼ਰੇਗਾ, ਜਿਸ ਦੇ ਕੋਲੋਂ ਉਹ ਖੰਡ ਮੰਗਵਾ ਕੇ ਨਿਹੰਗ ਸਿੰਘਾਂ ਨੂੰ ਦੇ ਦੇਣਗੇ। ਸਮਾਂ ਬੀਤਿਆ, ਪਰ ਅੱਜ ਕੋਈ ਵੀ ਪਿੰਡ ਵਾਲਾ ਉੱਥੋਂ ਨਹੀਂ ਗੁਜ਼ਰਿਆ। ਨਿਹੰਗ ਸਿੰਘ ਫਿਰ ਮਹਾਤਮਾ ਦੇ ਕੋਲ ਆਏ ਤੇ ਕਹਿਣ ਲੱਗੇ ਕਿ ਮਹਾਤਮਾ ਜੀ, ਕੋਈ ਇੰਤਜ਼ਾਮ ਹੋਇਆ? ਉਹਨਾਂ ਨੇ ਕਿਹਾ ਕਿ ਹਾਲੇ ਤੱਕ ਕੁਝ ਨਹੀਂ ਹੋਇਆ, ਤੁਸੀਂ ਹਾਲੇ ਕੁਝ ਹੋਰ ਸਮਾਂ ਰੁਕ ਲਵੋ, ਕੋਈ ਨਾ ਕੋਈ ਵਸੀਲਾ ਬਣ ਜਾਵੇਗਾ। 15-20 ਮਿੰਟ ਵੇਟ ਕਰਨ ਤੋਂ ਬਾਅਦ ਵੀ ਉਸ ਡੇਰੇ ਦੇ ਕੋਲੋਂ ਕੋਈ ਨਹੀਂ ਲੰਘਿਆ, ਜਿੱਥੋਂ ਅਕਸਰ ਲੋਕ ਕਈ ਵਾਰ ਲੰਘਿਆ ਕਰਦੇ ਸੀ, ਪਰ ਅੱਜ ਉਸ ਡੇਰੇ ਦੇ ਕੋਲੋਂ ਕੋਈ ਵੀ ਨਹੀਂ ਲੰਘ ਰਿਹਾ ਸੀ। ਮਹਾਤਮਾ ਸੋਚਾਂ ਦੇ ਵਿੱਚ ਪੈ ਗਏ। ਫਿਰ ਨਿਹੰਗ ਸਿੰਘ ਉੱਥੇ ਆਏ ਤੇ ਕਹਿਣ ਲੱਗੇ ਕਿ ਮਹਾਤਮਾ ਜੀ, ਸ਼ਰਧਾਈ ਬਣਾਈ ਗਈ ਨੂੰ ਕਾਫੀ ਸਮਾਂ ਹੋ ਗਿਆ ਹੈ, ਸਿਰਫ ਮਿੱਠੇ ਦੀ ਕਮੀ ਹੈ, ਹੋਰ ਕਿੰਨਾ ਕੁ ਸਮਾਂ ਲੱਗੇਗਾ? ਮਹਾਤਮਾ ਨੇ ਫਿਰ 15-20 ਮਿੰਟ ਮੰਗੇ, ਕਿਉਂਕਿ ਮਹਾਤਮਾ ਹਾਲੇ ਵੀ ਕਿਸੇ ਪਿੰਡ ਵਾਲੇ ਦੀ ਉਡੀਕ ਦੇ ਵਿੱਚ ਸੀ। ਜਦੋਂ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਉੱਥੇ ਕੋਈ ਨਹੀਂ ਆਇਆ ਤਾਂ ਮਹਾਤਮਾ ਕੁਝ ਪਰੇਸ਼ਾਨ ਹੋਣ ਲੱਗੇ। ਮਹਾਤਮਾ ਦੀ ਪਰੇਸ਼ਾਨੀ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਜਪ ਤਪ ਦਾ ਸਮਾਂ ਲੰਘ ਰਿਹਾ ਸੀ, ਪਰ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਵੀ ਜ਼ਰੂਰੀ ਸੀ। ਇਹਨਾਂ ਦੋਵਾਂ ਕੰਮਾਂ ਦੇ ਵਿੱਚ ਉਹ ਫਸ ਚੁੱਕੇ ਸੀ। ਬਾਅਦ ਵਿੱਚ ਨਿਹੰਗ ਸਿੰਘਾਂ ਦੇ ਜਥੇਦਾਰ ਆਏ ਤੇ ਕਹਿਣ ਲੱਗੇ ਕਿ ਮਹਾਤਮਾ ਜੀ, ਮਿੱਠੇ ਦਾ ਪ੍ਰਬੰਧ ਨਹੀਂ ਹੋਇਆ ਤਾਂ ਆਪਾਂ ਇਸੇ ਤਰ੍ਹਾਂ ਹੀ ਛਕ ਲੈਂਦੇ ਹਾਂ, ਜਾਂ ਫਿਰ ਤੁਸੀਂ ਕੋਈ ਵਸੀਲਾ ਬਣਾਓਗੇ। ਇਹ ਸੁਣ ਕੇ ਮਹਾਤਮਾ ਨੇ ਸਹਿਜ ਸੁਭਾਅ ਹੀ ਬੋਲ ਦਿੱਤਾ ਕਿ ਪਿੰਡ ਦੇ ਵਿੱਚੋਂ ਤਾਂ ਕੋਈ ਨਹੀਂ ਆਇਆ, ਤੁਸੀਂ ਇੰਜ ਕਰੋ ਕਿ ਇਸ ਬੋੜ ਤੋਂ ਹੀ ਮਿਸ਼ਰੀ ਤੋੜ ਲਵੋ। ਇਹ ਸੁਣ ਕੇ ਨਿਹੰਗ ਸਿੰਘਾਂ ਦਾ ਜਥੇਦਾਰ ਬੜਾ ਹੀ ਹੈਰਾਨ ਹੋਇਆ ਅਤੇ ਸੋਚਣ ਲੱਗਾ ਕਿ ਬੋਹੜ ਨੂੰ ਕਦੋਂ ਤੋਂ ਮਿਸ਼ਰੀ ਲੱਗਣ ਲੱਗੀ। ਤਾਂ ਮਹਾਤਮਾ ਨੇ ਝੱਟ ਹੀ ਉਸ ਨਿਹੰਗ ਸਿੰਘ ਦੀ ਮਨ ਦੀ ਗੱਲ ਪੜ੍ਹ ਲਈ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਬੋਹੜ ਨੂੰ ਮਿਸ਼ਰੀ ਤਾਂ ਨਹੀਂ ਲੱਗਦੀ, ਪਰ ਅੱਜ ਜ਼ਰੂਰ ਲੱਗੇਗੀ, ਕਿਉਂਕਿ ਖਾਲਸੇ ਦੀਆਂ ਫੌਜਾਂ ਦੀ ਲੋੜ ਹੈ। ਜਦੋਂ ਨਿਹੰਗ ਸਿੰਘ ਨੇ ਸਿਰ ਚੁੱਕ ਕੇ ਉੱਪਰ ਦੇਖਿਆ ਤਾਂ ਸਾਰਾ ਬੋੜ ਹੀ ਮਿਸ਼ਰੀ ਦੇ ਨਾਲ ਲੱਦਿਆ ਹੋਇਆ ਸੀ, ਜਿਸ ਤੋਂ ਬਾਅਦ ਉਹ ਮਿਸ਼ਰੀ ਉਤਾਰ ਕੇ ਸ਼ਰਧਾਈ ਬਣਾਈ ਗਈ। ਇਸ ਕੌਤਕ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਮਹਾਤਮਾ ਦੀ ਪ੍ਰਸਿੱਧੀ ਹੋ ਗਈ। ਲੋਕ ਦੂਰੋਂ ਨੇੜਿਓਂ ਆਉਣ ਲੱਗੇ।
ਪਰ ਕਿਹਾ ਜਾਂਦਾ ਹੈ ਕਿ ਇਸ ਗੱਲ ਦਾ ਰੌਲਾ ਪੈਣ ਤੋਂ ਇੱਕ ਹਫ਼ਤੇ ਵਿੱਚ ਹੀ ਮਹਾਤਮਾ ਉਸ ਡੇਰੇ ਨੂੰ ਛੱਡ ਕੇ ਚਲੇ ਗਏ ਤੇ ਅੱਜ ਤੱਕ ਉਹਨਾਂ ਬਾਰੇ ਕੁਝ ਵੀ ਨਹੀਂ ਪਤਾ ਲੱਗਿਆ, ਕਿਉਂਕਿ ਉਹ ਦੁਨੀਆ ਦੇ ਸਾਹਮਣੇ ਆਉਣਾ ਨਹੀਂ ਚਾਹੁੰਦੇ ਸੀ। ਸੋ ਮਹਾਤਮਾ ਨੇ ਕੌਤਕ ਵਰਤਾਇਆ ਆਪਣਾ ਨਾਮ ਤਪ ਬਚਾਉਣ ਵਾਸਤੇ ਤੇ ਸੇਵਾ ਦੀ ਲੋੜ ਪੂਰੀ ਕਰਨ ਵਾਸਤੇ। ਪਰ ਜਦੋਂ ਇਸ ਗੱਲ ਦਾ ਰੌਲਾ ਪਿਆ ਤਾਂ ਲੋਕ ਉਹਨਾਂ ਦੇ ਕੋਲ ਆਉਣ ਲੱਗੇ ਇਹ ਕਰਮਾਤਾ ਦੇਖਣ ਵਾਸਤੇ, ਜੋ ਕਿ ਉਹ ਮਹਾਤਮਾ ਦਿਖਾਉਣਾ ਨਹੀਂ ਚਾਹੁੰਦੇ ਸੀ, ਜਿਸ ਕਾਰਨ ਉਹ ਇਲਾਕਾ ਛੱਡ ਕੇ ਹਮੇਸ਼ਾ ਦੇ ਲਈ ਚਲੇ ਗਏ।